ਅੱਜ ਦੀ ਕਹਾਣੀ ਦੇ ਪਾਤਰ ਦਾ ਨਾਂ ਹੈ ਵਿਨੋਦ, ਜਿਸ ਦੀ ਇੱਕ ਬੜੀ ਦੁੱਖ ਭਰੀ ਕਹਾਣੀ ਹੈ। ਇਹ ਕਹਾਣੀ ਇੱਕ ਸੱਚੀ ਘਟਨਾ ਤੋਂ ਪ੍ਰੇਰਿਤ ਹੈ। ਕਹਾਣੀ ਪੂਰੀ ਸੁਣ ਕੇ ਦੱਸਿਓ ਕਿ ਪੰਜਾਬ ਵਿੱਚ ਇਹ ਸਭ ਕੁਝ ਸਹੀ ਹੋ ਰਿਹਾ। ਸ਼ੁਰੂ ਕਰਦੇ ਹਾਂ ਇਸ ਕਹਾਣੀ ਨੂੰ। ਮੇਰਾ ਨਾਮ ਵਿਨੋਦ ਹੈ। ਮੈਂ ਨੇਪਾਲ ਕਾਠਮਾਂਡੂ ਦਾ ਰਹਿਣ ਵਾਲਾ ਹਾਂ। ਮੇਰੇ ਪਰਿਵਾਰ ਵਿੱਚ ਮੇਰੀ ਮਾਂ, ਮੇਰੇ ਪਿਤਾ ਜੀ, ਇੱਕ ਛੋਟਾ ਭਰਾ, ਇੱਕ ਛੋਟੀ ਭੈਣ ਹੈ। ਮੇਰੀ ਉਮਰ ਹਾਲੇ 4 ਕੁ ਸਾਲ ਸੀ। ਇੱਕ ਦਿਨ ਮਾਂ ਨੂੰ ਪਤਾ ਨਹੀਂ ਕੀ ਹੋਇਆ, ਉਹ ਬਹੁਤ ਬਿਮਾਰ ਹੋ ਗਈ। ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਇਹ ਸਭ ਕੀ ਹੋ ਰਿਹਾ। ਮਾਂ ਦੀ ਤਬੀਅਤ ਜ਼ਿਆਦਾ ਹੀ ਠੀਕ ਨਹੀਂ ਸੀ। ਸਾਰੇ ਬਹੁਤ ਘਬਰਾਏ ਹੋਏ ਸੀ। ਫਿਰ ਪਿਤਾ ਜੀ ਅਤੇ ਕੁਝ ਹੋਰ ਲੋਕ ਮਿਲ ਕੇ ਮਾਂ ਨੂੰ ਹਸਪਤਾਲ ਲੈ ਗਏ। ਬਹੁਤ ਕੋਸ਼ਿਸ਼ਾਂ ਤੋਂ ਬਾਅਦ ਵੀ ਡਾਕਟਰ ਮਾਂ ਨੂੰ ਬਚਾ ਨਹੀਂ ਸਕੇ। ਮਾਂ ਸਾਨੂੰ ਹਮੇਸ਼ਾ ਲਈ ਛੱਡ ਕੇ ਚਲੀ ਗਈ। ਪਿਤਾ ਜੀ ਬਹੁਤ ਪਰੇਸ਼ਾਨ ਰਹਿਣ ਲੱਗੇ, ਕਿਉਂਕਿ ਬਹੁਤ ਸਾਰੇ ਕੰਮ ਉਹਨਾਂ ਨੂੰ ਇਕੱਲੇ ਹੀ ਕਰਨੇ ਪੈਂਦੇ ਸੀ। ਬਾਹਰ ਜਾ ਕੇ ਕੰਮ ਕਰਨਾ, ਘਰ ਵਿੱਚ ਆ ਕੇ ਸਾਨੂੰ ਸੰਭਾਲਣਾ ਬੜਾ ਮੁਸ਼ਕਿਲ ਹੋ ਰਿਹਾ ਸੀ। ਪਿਤਾ ਜੀ ਨੂੰ ਵੀ ਇਹੀ ਚਿੰਤਾ ਰਹਿੰਦੀ ਸੀ। ਉਹ ਸਾਡੇ ਭਵਿੱਖ ਬਾਰੇ ਸੋਚਦੇ ਰਹਿੰਦੇ ਸੀ, ਇਹਨਾਂ ਦਾ ਕੀ ਬਣੂ। ਅਤੇ ਉਹਨਾਂ ਦੀ ਇਹ ਚਿੰਤਾ ਜਾਇਜ਼ ਵੀ ਸੀ, ਕਿਉਂਕਿ ਇੱਕ ਤਾਂ ਬਾਹਰ ਜਾ ਕੇ ਕੰਮ ਕਰਨਾ, ਫਿਰ ਘਰ ਆ ਕੇ ਸਾਨੂੰ ਸੰਭਾਲਣਾ ਕੋਈ ਸੌਖਾ ਕੰਮ ਨਹੀਂ ਸੀ। ਸਾਡੇ ਘਰ ਦੇ ਹਾਲਾਤ ਦਿਨੋਂ ਦਿਨ ਬੱਤਰ ਹੁੰਦੇ ਜਾ ਰਹੇ ਸੀ। ਘਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਕੁਝ ਲੋਕਾਂ ਨੇ ਪਿਤਾ ਜੀ ਨੂੰ ਦੂਜਾ ਵਿਆਹ ਕਰਾਉਣ ਦੀ ਸਲਾਹ ਦਿੱਤੀ, ਪਰ ਪਿਤਾ ਜੀ ਨਹੀਂ ਮੰਨੇ। ਪਹਿਲਾਂ ਤਾਂ ਪਿਤਾ ਜੀ ਇਸ ਗੱਲ ਤੋਂ ਮਨਾ ਕਰਦੇ ਰਹੇ, ਪਰ ਸਾਡੇ ਭਵਿੱਖ ਬਾਰੇ ਸੋਚਦੇ ਹੋਏ ਕਾਫੀ ਸਾਰੇ ਲੋਕਾਂ ਦੇ ਸਮਝਾਉਣ ਦੇ ਬਾਅਦ ਪਿਤਾ ਜੀ ਦੂਜਾ ਵਿਆਹ ਕਰਾਉਣ ਨੂੰ ਮੰਨ ਗਏ। ਆਖਿਰ ਪਿਤਾ ਜੀ ਦਾ ਵਿਆਹ ਹੋਇਆ। ਨਵੀਂ ਮਾਂ ਘਰ ਆਈ। ਉਹ ਬਹੁਤ ਚੰਗੀ ਸੀ, ਸਾਡਾ ਬਹੁਤ ਖਿਆਲ ਰੱਖਦੀ ਸੀ। ਹੁਣ ਮੈਂ ਥੋੜ੍ਹਾ ਵੱਡਾ ਹੋ ਗਿਆ ਸੀ। ਮੈਂ ਸਕੂਲ ਜਾਣ ਲੱਗ ਪਿਆ ਸੀ, ਪਰ ਪਤਾ ਨਹੀਂ ਕਿਉਂ ਮੇਰਾ ਪੜ੍ਹਾਈ ਵਿੱਚ ਮਨ ਨਹੀਂ ਸੀ ਲੱਗਦਾ। ਹੁਣ ਪਿਤਾ ਜੀ ਰੋਜ਼ ਕੰਮ 'ਤੇ ਜਾਂਦੇ ਸੀ। ਜੋ ਕਮਾਉਂਦੇ ਸੀ ਉਸੇ ਨਾਲ ਹੀ ਸਾਡਾ ਘਰ ਚੱਲਦਾ ਸੀ। ਮਤਲਬ ਜੋ ਕਮਾਉਣਾ ਉਹੀ ਖਾਣਾ। ਜੇ ਕਿਸੇ ਦਿਨ ਕੰਮ ਨਾ ਮਿਲਦਾ ਤਾਂ ਸਾਨੂੰ ਭੁੱਖੇ ਰਹਿਣਾ ਪੈਂਦਾ ਸੀ। ਇਹਨਾਂ ਹਾਲਾਤਾਂ ਤੋਂ ਪਰੇਸ਼ਾਨ ਹੋ ਕੇ ਪਿਤਾ ਜੀ ਨੇ ਇੱਕ ਦਿਨ ਫੈਸਲਾ ਕੀਤਾ ਕਿ ਉਹ ਭਾਰਤ ਜਾ ਕੇ ਰਹਿਣਗੇ। ਉੱਥੇ ਜਾ ਕੇ ਕੋਈ ਚੰਗਾ ਕੰਮ ਲੱਭਣਗੇ ਤਾਂ ਕਿ ਸਾਨੂੰ ਭੁੱਖੇ ਨਾ ਸੌਣਾ ਪਵੇ। ਬਸ ਫਿਰ ਕੀ ਸੀ, ਥੋੜ੍ਹੇ ਦਿਨਾਂ ਬਾਅਦ ਹੀ ਅਸੀਂ ਭਾਰਤ ਆ ਕੇ ਰਹਿਣ ਲੱਗੇ। ਹੁਣ ਅਸੀਂ ਪੰਜਾਬ ਦੇ ਸਰਹੰਦ ਇਲਾਕੇ ਵਿੱਚ ਰਹਿ ਰਹੇ ਸੀ। ਪਿਤਾ ਜੀ ਨੂੰ ਇੱਕ ਚੰਗਾ ਕੰਮ ਲੱਭ ਚੁੱਕਾ ਸੀ। ਸਭ ਕੁਝ ਠੀਕ ਠਾਕ ਚੱਲਣ ਲੱਗ ਪਿਆ ਸੀ। ਪਿਤਾ ਜੀ ਨੇ ਮੈਨੂੰ ਸਕੂਲ ਜਾਣ ਲਈ ਕਿਹਾ, ਪਰ ਮੇਰਾ ਮਨ ਪੜ੍ਹਾਈ ਵਿੱਚ ਨਹੀਂ ਸੀ ਲੱਗਦਾ, ਕਿਉਂਕਿ ਮੈਂ ਕੰਮ ਕਰਨਾ ਚਾਹੁੰਦਾ ਸੀ, ਪੈਸੇ ਕਮਾਉਣੇ ਚਾਹੁੰਦਾ ਸੀ, ਪਰ ਮੈਂ ਕੋਈ ਕੰਮ ਕਰ ਵੀ ਨਹੀਂ ਸਕਦਾ ਸੀ। ਆਖਿਰ ਮੈਂ ਸਕੂਲ ਜਾਣ ਲੱਗ ਪਿਆ। ਦੇਖਦੇ ਦੇਖਦੇ ਕਾਫੀ ਸਮਾਂ ਗੁਜ਼ਰ ਗਿਆ। ਹੁਣ ਮੈਨੂੰ ਚੰਗਾ ਮਾੜਾ ਸਮਝ ਆਉਣ ਲੱਗਾ ਸੀ। ਮੈਂ ਆਪਣੇ ਘਰ ਦੇ ਹਾਲਾਤਾਂ ਨੂੰ ਸੁਧਾਰਨਾ ਚਾਹੁੰਦਾ ਸੀ, ਇਸ ਲਈ ਮੈਂ ਇਰਾਦਾ ਕੀਤਾ ਮੈਂ ਸਕੂਲ ਛੱਡ ਕੇ ਕੋਈ ਕੰਮ ਕਰਾਂਗਾ। ਫਿਰ ਇੱਕ ਦਿਨ ਇੱਦਾਂ ਹੀ ਮੈਂ ਘਰੋਂ ਕੰਮ ਦੀ ਤਲਾਸ਼ ਲਈ ਨਿਕਲ ਗਿਆ। ਆਪਣੇ ਪਿੰਡ ਵਿੱਚ ਆਸੇ-ਪਾਸੇ ਕੰਮ ਬਾਰੇ ਪੁੱਛਣ ਲੱਗਾ। ਬਹੁਤ ਕੋਸ਼ਿਸ਼ਾਂ ਕੀਤੀਆਂ, ਇੱਧਰ ਉੱਧਰ ਪਤਾ ਕੀਤਾ, ਪਰ ਕੋਈ ਕੰਮ ਨਹੀਂ ਮਿਲਿਆ। ਪਤਾ ਕਰਦੇ ਕਰਦੇ ਅਚਾਨਕ ਮੈਨੂੰ ਚੇਤਾ ਆਇਆ, ਮੇਰੇ ਪਿੰਡ ਦਾ ਇੱਕ ਮੁੰਡਾ ਸ਼ਹਿਰ ਜਾ ਕੇ ਕੰਮ ਕਰਦਾ ਸੀ। ਮੈਂ ਵੀ ਸ਼ਹਿਰ ਜਾਣ ਦਾ ਮਨ ਬਣਾਇਆ, ਪਰ ਘਰ ਵਾਲੇ ਨਹੀਂ ਮੰਨੇ, ਕਿਉਂਕਿ ਉਹ ਮੇਰੀ ਉਮਰ ਨੂੰ ਦੇਖਦੇ ਹੋਏ ਮੈਨੂੰ ਕਿਤੇ ਬਾਹਰ ਨਹੀਂ ਸੀ ਭੇਜਣਾ ਚਾਹੁੰਦੇ। ਹੁਣ ਕਾਫੀ ਸਮਾਂ ਲੰਘ ਚੁੱਕਾ ਸੀ। ਮੇਰੀ ਉਮਰ 14 ਸਾਲ ਹੋ ਚੁੱਕੀ ਸੀ। ਇੱਕ ਦਿਨ ਮੇਰੇ ਪਿੰਡ ਵਿੱਚ ਅਚਾਨਕ ਇੱਕ ਅਜਨਬੀ ਆਦਮੀ ਮਿਲਿਆ, ਜਿਸ ਨੇ ਮੈਨੂੰ ਕਿਹਾ ਕਿ ਉਹ ਮੈਨੂੰ ਸ਼ਹਿਰ ਵਿੱਚ ਕੰਮ ਦਿਵਾਏਗਾ। ਮੈਂ ਕੰਮ ਵਾਲੀ ਗੱਲ ਸੁਣ ਕੇ ਬਹੁਤ ਖੁਸ਼ ਹੋਇਆ ਅਤੇ ਬਿਨਾਂ ਸੋਚੇ ਸਮਝੇ ਸ਼ਹਿਰ ਜਾਣ ਲਈ ਤਿਆਰ ਹੋ ਗਿਆ। ਮੈਂ ਕੰਮ ਕਰਨਾ ਚਾਹੁੰਦਾ ਸੀ। ਘਰ ਵਾਲੇ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਸੀ। ਇਸ ਕਰਕੇ ਮੈਂ ਘਰੋਂ ਬਿਨਾਂ ਦੱਸੇ ਹੀ ਕੰਮ ਕਰ ਲਈ ਉਸ ਅਜਨਬੀ ਆਦਮੀ ਨਾਲ ਚੱਲ ਪਿਆ, ਇਹੀ ਸੋਚ ਕੇ ਕਿ ਕੁਝ ਦਿਨਾਂ ਬਾਅਦ ਵਾਪਸ ਆਵਾਂਗਾ, ਕੁਝ ਪੈਸੇ ਲੈ ਕੇ ਫਿਰ ਘਰਦਿਆਂ ਨੂੰ ਮਨਾ ਲਵਾਂਗਾ। ਬਸ ਇਹੀ ਸੋਚਦਾ ਹੋਇਆ ਮੈਂ ਉਸ ਅਜਨਬੀ ਆਦਮੀ ਨਾਲ ਸ਼ਹਿਰ ਨੂੰ ਨਿਕਲ ਗਿਆ। ਅਸੀਂ ਹਾਲੇ ਥੋੜ੍ਹੀ ਦੂਰੀ ਪਹੁੰਚੇ ਸੀ ਤਾਂ ਅਸੀਂ ਇੱਕ ਢਾਬੇ 'ਤੇ ਰੁਕੇ। ਉਸ ਅਜਨਬੀ ਆਦਮੀ ਨੇ ਮੈਨੂੰ ਕਿਹਾ, ਤੂੰ ਇੱਥੇ ਹੀ ਕੰਮ ਕਰਨਾ ਹੈ। ਮੈਂ ਮਨ ਹੀ ਮਨ ਬਹੁਤ ਖੁਸ਼ ਹੋਇਆ ਅਤੇ ਸੋਚਣ ਲੱਗਾ, ਹੁਣ ਕੁਝ ਪੈਸੇ ਆਉਣੇ ਸ਼ੁਰੂ ਹੋ ਜਾਣਗੇ। ਮੈਂ ਢਾਬੇ ਦੇ ਮਾਲਕ ਨੂੰ ਮਿਲਿਆ। ਉਹ ਬਹੁਤ ਸਿੱਧਾ ਸਾਦਾ ਆਦਮੀ ਸੀ। ਉਸਨੇ ਮੈਨੂੰ ਕਿਹਾ, ਬਰਤਨ ਧੋਣ ਦਾ ਕੰਮ ਹੈ, ਕਰੇਂਗਾ? ਮੈਂ ਕਿਹਾ ਹਾਂ, ਕਰ ਲਵਾਂਗਾ। ਢਾਬੇ ਦੇ ਮਾਲਕ ਨੇ ਮੈਨੂੰ ਕੰਮ 'ਤੇ ਰੱਖ ਲਿਆ। ਮੈਂ ਵੀ ਖੁਸ਼ੀ ਕੰਮ ਕਰਨ ਲੱਗਾ। ਮੈਂ ਸਾਰਾ ਦਿਨ ਢਾਬੇ 'ਤੇ ਕੰਮ ਕਰਦਾ ਅਤੇ ਰਾਤ ਨੂੰ ਢਾਬੇ ਦੇ ਬਾਹਰ ਹੀ ਸੌਂ ਜਾਂਦਾ ਸੀ। ਅਜੇ 5-6 ਦਿਨ ਹੀ ਹੋਏ ਸੀ ਕਿ ਇੱਕ ਰਾਤ ਮੈਂ ਕੰਮ ਕਰਕੇ ਢਾਬੇ ਦੇ ਗੇਟ ਮੂਹਰੇ ਸੁੱਤਾ ਹੋਇਆ ਸੀ। ਅਜੇ ਮੈਂ ਲੰਮੇ ਪਏ ਨੂੰ 20-25 ਮਿੰਟ ਹੀ ਹੋਏ ਸੀ ਤਾਂ ਮੈਨੂੰ ਕੁਝ ਲੋਕਾਂ ਦੀ ਆਵਾਜ਼ ਸੁਣਾਈ ਦੇਣ ਲੱਗੀ, ਜੋ ਆਪਸ ਵਿੱਚ ਕੁਝ ਗੱਲਾਂ ਕਰ ਰਹੇ ਸੀ। ਇਹ ਕੋਈ ਨਵੀਂ ਗੱਲ ਨਹੀਂ ਸੀ ਇਹਨਾਂ 5 ਦਿਨਾਂ ਵਿੱਚ ਮੇਰੇ ਲਈ, ਕਿ ਕੁਝ ਡਰਾਈਵਰ ਰਾਤ ਨੂੰ ਢਾਬੇ ਅੱਗੇ ਆਪਣੀ ਗੱਡੀ ਖੜੀ ਕਰਦੇ ਸੀ। ਮੈਨੂੰ ਲੱਗਾ ਕੋਈ ਡਰਾਈਵਰ ਹੋਣਗੇ। ਮੈਂ ਆਰਾਮ ਨਾਲ ਲੇਟਿਆ ਰਿਹਾ। ਹੌਲੀ ਹੌਲੀ ਉਹ ਆਵਾਜ਼ ਤੇਜ਼ ਹੋਣ ਲੱਗੀ ਅਤੇ ਉਹ ਲੋਕ ਮੇਰੇ ਲਾਗੇ ਆਉਂਦੇ ਗਏ। ਉਹ 2 ਜਾਣੇ ਸੀਗੇ। ਇੱਕ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ ਅਤੇ ਦੂਜਾ ਸਾਫ਼ ਮੇਰੇ ਸਾਹਮਣੇ ਖੜ੍ਹਾ ਸੀ। ਉਹ ਬਹੁਤ ਹੱਟਾ-ਕੱਟਾ ਆਦਮੀ ਸੀ। ਲੰਬੀ ਦਾੜ੍ਹੀ, ਚਿਹਰਾ ਲਾਲ, ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ। ਇਹ ਦੇਖ ਕੇ ਮੈਂ ਡਰ ਗਿਆ। ਇਸ ਤੋਂ ਪਹਿਲਾਂ ਮੈਂ ਕੁਝ ਕਹਿੰਦਾ ਜਾਂ ਕਰਦਾ, ਇੱਕ ਬੰਦੇ ਨੇ ਮੈਨੂੰ ਫੜਿਆ ਅਤੇ ਮੇਰੇ ਹੱਥ ਬੰਨ੍ਹ ਦਿੱਤੇ। ਮੈਂ ਰੋਣ ਲੱਗਾ, ਬਚਾਓ ਬਚਾਓ, ਉੱਚੀ ਉੱਚੀ ਬੋਲਣ ਲੱਗਾ ਤਾਂ ਉਸ ਦਾੜ੍ਹੀ ਵਾਲੇ ਆਦਮੀ ਨੇ ਮੇਰੇ ਮੂੰਹ 'ਤੇ ਕੱਪੜਾ ਬੰਨ੍ਹ ਦਿੱਤਾ ਅਤੇ ਮੇਰੀ ਆਵਾਜ਼ ਬੰਦ ਕਰ ਦਿੱਤੀ। ਮੇਰੇ ਹੱਥ ਪੈਰ ਉਹਨਾਂ ਨੇ ਬੜੇ ਘੁੱਟ ਕੇ ਬੰਨੇ ਹੋਏ ਸੀ। ਨਾ ਤਾਂ ਮੈਂ ਕੁਝ ਕਰ ਪਾ ਰਿਹਾ ਸੀ
ਤੇ ਨਾ ਹੀ ਕੁਝ ਬੋਲ ਪਾ ਰਿਹਾ ਸੀ। ਉਹਨਾਂ ਮੈਨੂੰ ਚੱਕਿਆ ਤੇ ਮੋਟਰਸਾਈਕਲ 'ਤੇ ਬਿਠਾਇਆ ਤੇ ਚੱਲ ਪਏ। ਉਸ ਸਮੇਂ ਮੈਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ। ਇਹ ਲੋਕ ਕੌਣ ਨੇ, ਮੈਨੂੰ ਕਿਉਂ ਫੜ ਰੱਖਿਆ, ਮੈਨੂੰ ਕਿੱਥੇ ਲੈ ਕੇ ਜਾ ਰਹੇ ਨੇ। ਮੈਂ ਬਹੁਤ ਡਰਿਆ ਹੋਇਆ ਸੀ। 2-3 ਘੰਟੇ ਬਾਅਦ ਅਸੀਂ ਇੱਕ ਅਜੀਬ ਜਿਹੀ ਜਗ੍ਹਾ 'ਤੇ ਪਹੁੰਚੇ। ਰਾਤ ਬਹੁਤ ਹੋ ਚੁੱਕੀ ਸੀ, ਹਨੇਰਾ ਹੀ ਹਨੇਰਾ ਸੀ। ਕੁਝ ਚੰਗੀ ਤਰ੍ਹਾਂ ਸਮਝ ਨਹੀਂ ਸੀ ਆ ਰਿਹਾ। ਇਹ ਦੇਖ ਕੇ ਮੈਂ ਹੋਰ ਵੀ ਡਰ ਗਿਆ। ਫਿਰ ਉਹ ਮੈਨੂੰ ਇੱਕ ਛੋਟੇ ਜਿਹੇ ਹਨੇਰੇ ਕਮਰੇ ਵਿੱਚ ਲੈ ਗਏ, ਬਸ ਇੱਕ ਜਿੱਥੇ ਛੋਟੀ ਜਿਹੀ ਲਾਈਟ ਸੀ। ਉਹਨੇ ਮੇਰੇ ਹੱਥ ਬੰਨ੍ਹੀ ਰੱਖੇ ਪਰ ਮੇਰਾ ਮੂੰਹ ਖੋਲ੍ਹ ਦਿੱਤਾ। ਮੈਂ ਜ਼ੋਰ-ਜ਼ੋਰ ਦੀ ਰੋਣ ਲੱਗਾ, ਮੈਂ ਘਰ ਜਾਣਾ ਹੈ, ਮੈਂ ਘਰ ਜਾਣਾ ਹੈ। ਮੈਂ ਬਾਰ-ਬਾਰ ਇਹੀ ਗੱਲ ਕਹਿਣ ਲੱਗਾ। ਉੱਥੇ 2-3 ਆਦਮੀ ਹੋਰ ਸੀ, ਉਹ ਸਾਰੇ ਬਹੁਤ ਗੁੱਸੇ ਵਿੱਚ ਸੀ। ਮੈਂ ਰੋਂਦਾ ਰਿਹਾ ਤਾਂ ਉਹਨਾਂ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ। ਮਾਰ ਪੈਣ ਦੇ ਕਰਕੇ ਮੈਂ ਹੋਰ ਉੱਚੀ ਰੋਣ ਲੱਗ ਪਿਆ। ਸਾਰੇ ਲੋਕ ਬਾਰ-ਬਾਰ ਇੱਕੋ ਹੀ ਗੱਲ ਕਹਿ ਰਹੇ ਸੀ, ਬਸ ਤੂੰ ਇੱਥੇ ਹੀ ਰਹਿਣਾ ਹੈ, ਹੁਣ ਤੇਰਾ ਕੋਈ ਨਹੀਂ ਹੈ। ਮੈਂ ਰੋਣਾ ਬੰਦ ਨਹੀਂ ਕੀਤਾ। ਫਿਰ ਉਹ ਦਾੜੀ ਵਾਲਾ ਆਦਮੀ ਕਮਰੇ ਵਿੱਚ ਆਇਆ। ਉਸਨੇ ਡੰਡੇ ਵਰਗੀ ਕੋਈ ਭਾਰੀ ਸ਼ੈ ਮੇਰੇ ਸਿਰ ਵਿੱਚ ਮਾਰੀ। ਮੇਰੀਆਂ ਅੱਖਾਂ ਸਾਹਮਣੇ ਹਨੇਰਾ ਛਾ ਗਿਆ। ਮੈਂ ਬੇਹੋਸ਼ ਹੋ ਗਿਆ। ਅਗਲੇ ਦਿਨ ਕਮਰੇ ਵਿੱਚ ਮੈਂ ਬੇਹੋਸ਼ ਪਿਆ ਹੋਇਆ ਸੀ ਤਾਂ ਇੱਕ ਆਦਮੀ ਮੇਰੇ ਕੋਲ ਆਇਆ ਤੇ ਬੜੀ ਜ਼ੋਰ ਦੀ ਚਲਾਇਆ, ਉੱਠ, ਬਹੁਤ ਕੰਮ ਪਿਆ ਹੈ। ਮੇਰਾ ਸਿਰ ਦਰਦ ਹੋ ਰਿਹਾ ਸੀ, ਮੈਂ ਉੱਠ ਨਹੀਂ ਸੀ ਪਾ ਰਿਹਾ। ਉਸਨੇ ਮੈਨੂੰ ਡੰਡੇ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਉਹ ਮੈਨੂੰ ਮਾਰਦੇ ਹੋਏ ਕਮਰੇ ਤੋਂ ਬਾਹਰ ਲੈ ਆਇਆ। ਮੈਂ ਬਾਹਰ ਆ ਕੇ ਦੇਖਿਆ ਤਾਂ ਮੈਂ ਇੱਕ ਮੱਝਾਂ ਦੇ ਵਾੜੇ ਵਿੱਚ ਸੀਗਾ। ਉਹ ਆਦਮੀ ਡੰਡਾ ਲੈ ਕੇ ਮੇਰੇ ਪਿੱਛੇ ਖੜਾ ਹੋਇਆ ਸੀ ਤੇ ਮੈਨੂੰ ਗੋਹਾ ਚੱਕਣ ਲਈ ਕਹਿਣ ਲੱਗ ਪਿਆ। ਕੁੱਟ ਪੈਣ ਤੋਂ ਡਰਦਾ ਹੋਇਆ ਮੈਂ ਜਦੋਂ ਉਹ ਕਹਿਣ ਲੱਗਾ ਮੈਂ ਕਰਦਾ ਗਿਆ। ਮੈਂ ਸਾਰਾ ਦਿਨ ਗੋਹਾ ਚੱਕਦਾ ਰਿਹਾ। ਉਹ ਬੰਦਾ ਸਾਰਾ ਦਿਨ ਡੰਡਾ ਲੈ ਕੇ ਮੇਰੇ ਪਿੱਛੇ ਘੁੰਮਦਾ ਰਿਹਾ। ਮੈਂ ਬਸ ਕਿਸੇ ਤਰ੍ਹਾਂ ਇੱਥੋਂ ਨਿਕਲਣਾ ਚਾਹੁੰਦਾ ਸੀ, ਪਰ ਉਹ ਜਗ੍ਹਾ ਕੈਦਖਾਨੇ ਵਾਂਗੂ ਸੀ। ਬਾਹਰ ਜਾਣ ਦਾ ਕੋਈ ਰਸਤਾ ਨਜ਼ਰ ਨਹੀਂ ਸੀ ਆ ਰਿਹਾ। ਮੈਂ ਸਾਰਾ ਦਿਨ ਕੰਮ ਕਰਕੇ ਬਹੁਤ ਥੱਕ ਗਿਆ ਸੀ। ਰਾਤ ਨੂੰ ਉਹਨਾਂ ਲੋਕਾਂ ਨੇ ਮੈਨੂੰ ਫਿਰ ਉਸੇ ਹਨੇਰੇ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਖਾਣ ਨੂੰ 2 ਸੁੱਕੀਆਂ ਰੋਟੀਆਂ ਤੇ ਇੱਕ ਦੁੱਧ ਦਾ ਗਲਾਸ ਦਿੱਤਾ। ਦੁੱਧ ਤੇ ਰੋਟੀ ਪਈਆਂ ਰਹੀਆਂ। ਥਕਾਵਟ ਬਹੁਤ ਜ਼ਿਆਦਾ ਹੋਣ ਕਰਕੇ ਮੈਨੂੰ ਪਤਾ ਹੀ ਨਹੀਂ ਲੱਗਾ ਮੈਨੂੰ ਕਦੋਂ ਨੀਂਦ ਆ ਗਈ। ਅਗਲੇ ਦਿਨ ਫਿਰ ਉਹੀ ਆਦਮੀ ਡੰਡਾ ਲੈ ਕੇ ਆਇਆ। ਮੈਨੂੰ ਜ਼ੋਰ ਦੀ ਆਵਾਜ਼ ਦੇ ਕੇ ਉਠਾਇਆ ਅਤੇ ਉਹ ਦੁੱਧ ਰੋਟੀ ਖਾਣ ਲਈ ਕਿਹਾ। ਪਹਿਲਾਂ ਤਾਂ ਮੈਂ ਦੁੱਧ ਰੋਟੀ ਖਾਣ ਤੋਂ ਮਨਾ ਕਰ ਦਿੱਤਾ, ਪਰ ਮਾਰ ਪੈਣ ਤੋਂ ਡਰਦੇ ਹੋਏ ਜਿੱਦਾਂ ਉਹ ਲੋਕ ਕਹਿੰਦੇ ਗਏ ਮੈਂ ਕਰਦਾ ਗਿਆ। ਮੈਨੂੰ ਘਰ ਵਾਲਿਆਂ ਦੀ ਬਹੁਤ ਯਾਦ ਆ ਰਹੀ ਸੀ। ਮੈਂ ਘਰ ਜਾਣਾ ਚਾਹੁੰਦਾ ਸੀ, ਪਰ ਉਹ ਲੋਕ ਮੈਨੂੰ ਘਰ ਨਹੀਂ ਸੀ ਜਾਣ ਦੇ ਰਹੇ। ਜਦੋਂ ਮੈਂ ਬਹੁਤ ਜ਼ਿਆਦਾ ਜਿੱਦ ਕਰਨ ਲੱਗਾ ਤਾਂ ਮੈਨੂੰ ਫਿਰ ਤੋਂ ਕੁੱਟਿਆ ਗਿਆ। ਕੁਝ ਦਿਨ ਲੰਘ ਗਏ। ਇੱਕ ਦਿਨ ਮੌਕਾ ਦੇਖ ਕੇ ਮੈਂ ਉੱਥੋਂ ਚੋਰੀ ਛਿਪੇ ਭੱਜਣ ਦੀ ਕੋਸ਼ਿਸ਼ ਕੀਤੀ। ਹਾਲੇ ਮੈਂ ਥੋੜ੍ਹੀ ਦੂਰੀ ਪਹੁੰਚਿਆ ਸੀ ਤਾਂ ਉਹਨਾਂ ਵਿੱਚੋਂ ਇੱਕ ਆਦਮੀ ਨੇ ਮੈਨੂੰ ਵੇਖ ਲਿਆ ਅਤੇ ਮੈਨੂੰ ਫੜ ਕੇ ਵਾਪਸ ਲੈ ਆਇਆ। ਉਸ ਦਿਨ ਮੈਨੂੰ ਬਹੁਤ ਕੁੱਟਿਆ ਗਿਆ। ਮੇਰੇ ਪੂਰੇ ਸਰੀਰ 'ਤੇ ਕੁੱਟ ਦੇ ਨਿਸ਼ਾਨ ਸੀ, ਜਿਹੜੇ ਮੈਂ ਕਿਸੇ ਨੂੰ ਨਹੀਂ ਸੀ ਦਿਖਾ ਸਕਦਾ। ਮੇਰੀ ਇੱਥੇ ਸੁਣਨ ਵਾਲਾ ਕੋਈ ਨਹੀਂ ਸੀ। ਮੈਨੂੰ ਘਰ ਵਾਲਿਆਂ ਦੀ ਬਹੁਤ ਯਾਦ ਆਉਂਦੀ ਸੀ, ਪਰ ਮੈਂ ਕੁਝ ਨਹੀਂ ਸੀ ਕਰ ਸਕਦਾ। ਮੈਂ ਇਸ ਕੈਦਖਾਨੇ ਵਿੱਚ ਕੈਦ ਹੋ ਚੁੱਕਾ ਸੀ। ਹੌਲੀ-ਹੌਲੀ ਮੇਰੀਆਂ ਸਾਰੀਆਂ ਉਮੀਦਾਂ, ਇੱਛਾਵਾਂ, ਸੁਪਨਿਆਂ ਨੇ ਆਪਣਾ ਦਮ ਘੁੱਟਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਮੈਂ ਸਭ ਕੁਝ ਭੁੱਲਦਾ ਗਿਆ ਅਤੇ ਆਪਣੀ ਜ਼ਿੰਦਗੀ ਨੂੰ ਇਹਨਾਂ ਲੋਕਾਂ ਸਾਰੇ ਛੱਡ ਦਿੱਤਾ ਅਤੇ ਇਹਨਾਂ ਦਾ ਹੀ ਕੰਮ ਕਰਨ ਲੱਗਾ। ਹੌਲੀ-ਹੌਲੀ ਸਮਾਂ ਲੰਘਦਾ ਗਿਆ। 4 ਸਾਲ ਬੀਤ ਗਏ। ਮੇਰੀ ਉਮਰ 17 ਸਾਲ ਹੋ ਚੁੱਕੀ ਸੀ। ਮੈਂ ਪਿਛਲੇ 4 ਸਾਲ ਤੋਂ ਇਹਨਾਂ ਦਾ ਫ੍ਰੀ 'ਚ ਕੰਮ ਕਰ ਰਿਹਾ ਸੀ। ਇਹਨਾਂ ਦੀਆਂ ਮੱਝਾਂ ਦਾ ਗੋਹਾ ਚੱਕ ਰਿਹਾ ਸੀ। ਅੱਜ ਦਾ ਦਿਨ ਜਦੋਂ ਤੁਹਾਨੂੰ ਮੈਂ ਸਾਰੀ ਗੱਲ ਦੱਸ ਰਿਹਾ, ਅੱਜ ਮੈਂ ਸਵੇਰੇ 6 ਵਜੇ ਉੱਠਿਆ ਸੀ ਅਤੇ ਉੱਠਦੇ ਹੀ ਆਪਣਾ ਕੰਮ ਕਰਨ ਲੱਗਾ। ਸਵੇਰੇ ਉੱਠਦਿਆਂ ਗੋਹਾ ਚੱਕਣਾ, ਮੱਝਾਂ ਨੂੰ ਪਾਣੀ ਡਾਉਣਾ, ਪੱਠੇ ਪਾਉਣੇ ਅਤੇ ਫਿਰ ਤੋਂ ਗੋਹਾ ਚੱਕਣ ਲੱਗ ਪਿਆ। ਦੁਪਹਿਰ ਦੇ 12 ਕੁ ਵਜੇ ਹੋਏ ਸੀ। ਮੈਂ ਆਪਣਾ ਕੰਮ ਕਰ ਰਿਹਾ ਸੀ। ਉਦੋਂ ਹੀ 10-15 ਲੋਕ ਇੱਕੇ ਵਾਰੀ ਬਾੜੇ ਅੰਦਰ ਆਏ। ਉਹਨਾਂ ਨੇ ਅੰਦਰ ਆਉਂਦਿਆਂ ਹੀ ਸਭ ਤੋਂ ਪਹਿਲਾਂ ਮੈਨੂੰ ਬੁਲਾਇਆ। ਮੈਂ ਬਹੁਤ ਡਰ ਗਿਆ। ਮੈਂ ਕਹਿਣ ਲੱਗਾ ਮੈਂ ਕੁਝ ਨਹੀਂ ਕੀਤਾ। ਮੈਨੂੰ ਲੱਗਾ ਮੈਨੂੰ ਅੱਜ ਫਿਰ ਕੁੱਟ ਪਵੇਗੀ। ਫਿਰ ਉਹਨਾਂ ਲੋਕਾਂ ਵਿੱਚੋਂ ਇੱਕ ਬੰਦਾ ਮੇਰੇ ਕੋਲ ਆਇਆ ਅਤੇ ਮੇਰਾ ਨਾਮ ਪੁੱਛਣ ਲੱਗਾ। ਮੈਂ ਉਹਨੂੰ ਆਪਣਾ ਨਾਂ ਗਲਤ ਦੱਸਿਆ, ਕਿਉਂਕਿ ਮੈਨੂੰ ਮੇਰੇ ਮਾਲਕ ਨੇ ਕਹਿ ਰੱਖਿਆ ਸੀ ਕਿ ਜੇ ਕੋਈ ਤੈਨੂੰ ਤੇਰਾ ਨਾਂ ਪੁੱਛੇ ਤਾਂ ਉਸ ਨੂੰ ਆਪਣਾ ਨਾਂ ਗਲਤ ਹੀ ਦੱਸਣਾ ਹੈ। ਪਰ ਉਹਨਾਂ ਲੋਕਾਂ ਨੂੰ ਮੇਰਾ ਅਸਲੀ ਨਾਂ ਪਹਿਲਾਂ ਹੀ ਪਤਾ ਸੀ। ਉਹ ਬੁਰੇ ਲੋਕ ਨਹੀਂ ਸੀ, ਉਹ ਮੈਨੂੰ ਇੱਥੋਂ ਛਡਾਉਣ ਵਾਸਤੇ ਆਏ ਸੀ। ਬਹੁਤ ਪੁੱਛਣ ਤੋਂ ਬਾਅਦ ਮੈਂ ਡਰਦੇ ਨਾਲ ਸਾਰਾ ਕੁਝ ਸੱਚ ਦੱਸ ਦਿੱਤਾ। ਮੇਰੇ ਮੂੰਹ ਸੱਚ ਸੁਣਦਿਆਂ ਹੀ ਉਹਨਾਂ ਲੋਕਾਂ ਨੇ ਬਾੜੇ ਦੇ ਮਾਲਕ ਨੂੰ ਡਾਂਟਣਾ ਸ਼ੁਰੂ ਕਰ ਦਿੱਤਾ ਅਤੇ ਮੈਨੂੰ ਲੈ ਕੇ ਜਾਣ ਦੀ ਮੰਗ ਕਰਨ ਲੱਗੇ। ਪਰ ਉਹ ਬਾੜੇ ਦਾ ਮਾਲਕ ਮੈਨੂੰ ਜਾਣ ਨਹੀਂ ਸੀ ਦੇ ਰਿਹਾ। ਉਹ ਲੋਕ ਮੈਨੂੰ ਇੱਥੋਂ ਛਡਾਉਣ ਵਾਸਤੇ ਆਏ ਸੀ। ਉਹ ਬਹੁਤ ਚੰਗੇ ਲੋਕ ਸੀ। ਉਹਨਾਂ ਨੂੰ ਪਤਾ ਸੀ ਕਿ ਜੇਕਰ ਅੱਜ ਅਸੀਂ ਇਹਨੂੰ ਇੱਥੇ ਛੱਡ ਗਏ, ਇਹਦੇ ਨਾਲ ਹੋਰ ਵੀ ਬੁਰਾ ਸਲੂਕ ਕੀਤਾ ਜਾਵੇਗਾ। ਬਹੁਤ ਦੇਰ ਤੱਕ ਬਹਿਸ ਹੁੰਦੀ ਰਹੀ। ਆਸ-ਪਾਸ ਪਿੰਡ ਦੇ ਲੋਕ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ। ਸਾਰੇ ਲੋਕਾਂ ਨੇ ਜਦੋਂ ਇਹ ਗੱਲ ਪਤਾ ਲੱਗੀ ਕਿ ਮੈਨੂੰ ਇੱਥੇ ਜ਼ਬਰਦਸਤੀ ਰੱਖਿਆ ਗਿਆ ਹੈ ਤਾਂ ਸਾਰੇ ਪਿੰਡ ਵਾਲੇ ਵੀ ਉਸ ਬਾੜੇ ਦੇ ਮਾਲਕ ਦੇ ਖਿਲਾਫ ਹੋ ਗਏ। ਉਸ ਨਾਲ ਹੋਰ ਵੀ ਬਹਿਸ ਕਰਨ ਲੱਗ ਪਏ। ਆਖਿਰਕਾਰ ਬਹੁਤ ਬਹਿਸ ਕਰਨ ਤੋਂ ਬਾਅਦ ਉਹਨਾਂ ਲੋਕਾਂ ਨੇ ਮੈਨੂੰ ਉੱਥੋਂ ਛੁਡਾ ਲਿਆ। ਹੁਣ ਇਹ ਲੋਕ ਮੈਨੂੰ ਮੇਰੇ ਘਰ ਦਾ ਐਡਰੈਸ ਪੁੱਛ ਰਹੇ ਸੀ, ਪਰ ਮੈਨੂੰ ਜ਼ਿਆਦਾ ਕੁਝ ਯਾਦ ਨਹੀਂ ਸੀ। ਹੁਣ ਸ਼ਾਮ ਦੇ 5 ਵਜੇ ਹੋਏ ਸੀ ਤਾਂ ਅਸੀਂ ਇੱਕ ਸੰਸਥਾ ਵਿੱਚ ਪਹੁੰਚੇ। ਇੱਥੇ ਮੇਰੇ ਵਰਗੇ ਹੋਰ ਵੀ ਬਹੁਤ ਸਾਰੇ ਲੋਕ ਸੀ
ਜਿਨ੍ਹਾਂ ਦੀ ਇਹ ਸਰਦਾਰ ਜੀ ਨੇ ਮਦਦ ਕੀਤੀ ਸੀ। ਇੱਥੇ ਮੈਨੂੰ ਕਈ ਸਾਲਾਂ ਬਾਅਦ ਚੰਗਾ ਖਾਣਾ, ਨਵੇਂ ਕੱਪੜੇ ਪਾਉਣ ਨੂੰ ਮਿਲੇ। ਮੈਂ ਬਹੁਤ ਖੁਸ਼ ਸੀ। ਉਸ ਕੈਦ ਵਿੱਚੋਂ ਛੁੱਟ ਚੁੱਕਾ ਸੀ, ਪਰ ਮੇਰੇ ਦਿਮਾਗ ਵਿੱਚ ਇੱਕ ਚਿੰਤਾ ਸੀ ਕਿ ਹੁਣ ਮੇਰਾ ਅੱਗੇ ਕੀ ਹੋਵੇਗਾ, ਕਿਉਂਕਿ ਮੈਨੂੰ ਘਰ ਦਾ ਐਡਰੈਸ ਵੀ ਯਾਦ ਨਹੀਂ ਸੀ। ਹਾਲੇ ਮੈਂ ਸਾਰਾ ਕੁਝ ਸੋਚ ਹੀ ਰਿਹਾ ਸੀ ਤਾਂ ਇੱਕ ਸਰਦਾਰ ਜੀ ਮੇਰੇ ਕੋਲ ਆਏ ਤੇ ਮੈਨੂੰ ਕਿਹਾ, ਤੇਰੇ ਘਰ ਦਾ ਪਤਾ ਲੱਗ ਚੁੱਕਾ ਹੈ, ਉਹ ਲੋਕ ਮੈਨੂੰ ਕੱਲ੍ਹ ਘਰੇ ਲੈ ਕੇ ਜਾਣਗੇ। ਇਹ ਸੁਣ ਕੇ ਮੈਂ ਬਹੁਤ ਖੁਸ਼ ਹੋਇਆ। ਦੂਜਾ ਦਿਨ ਸੁਬਾਹ ਹੀ ਅਸੀਂ ਮੇਰੇ ਘਰ ਲਈ ਨਿਕਲ ਗਏ। 2 ਘੰਟੇ ਸਫ਼ਰ ਤੈਅ ਕਰਨ ਤੋਂ ਬਾਅਦ ਮੈਂ ਆਪਣੇ ਘਰ ਪਹੁੰਚ ਗਿਆ। ਮੇਰੇ ਮਾਤਾ ਜੀ, ਮੇਰੇ ਪਿਤਾ ਜੀ, ਮੇਰਾ ਛੋਟਾ ਭਰਾ ਇੰਨੇ ਸਾਲਾਂ ਬਾਅਦ ਮੈਨੂੰ ਦੇਖ ਕੇ ਬਹੁਤ ਖੁਸ਼ ਹੋਏ। ਮੈਂ ਵੀ ਇੰਨੇ ਸਾਲਾਂ ਬਾਅਦ ਘਰ ਜਾ ਕੇ ਬਹੁਤ ਖੁਸ਼ ਹੋਇਆ। ਮੈਂ ਛੋਟੇ ਹੁੰਦਿਆਂ ਫਰਿਸ਼ਤਿਆਂ ਦੀਆਂ ਕਹਾਣੀਆਂ ਸੁਣੀਆਂ ਸੀ, ਜੋ ਅਚਾਨਕ ਆਉਂਦੇ ਨੇ ਤੇ ਲੋਕਾਂ ਦੀ ਮਦਦ ਕਰਕੇ ਚਲੇ ਜਾਂਦੇ ਨੇ। ਮੇਰੇ ਲਈ ਉਹ ਫਰਿਸ਼ਤਾ ਇਹ ਸਰਦਾਰ ਜੀ ਸੀ, ਜਿਨ੍ਹਾਂ ਨੇ ਮੈਨੂੰ ਉਸ ਨਰਕ ਭਰੇ ਬਾੜੇ 'ਚੋਂ ਕੱਢ ਕੇ ਮੈਨੂੰ ਆਪਣੇ ਘਰ ਪਹੁੰਚਾ ਦਿੱਤਾ। ਤਾਂ ਦੋਸਤੋ, ਇਹ ਸੀ ਵਿਨੋਦ ਦੀ ਕਹਾਣੀ, ਆਪਣੇ ਘਰ ਤੋਂ ਲੈ ਕੇ ਬਾੜੇ ਦੀ ਕੈਦ ਤੱਕ ਤੇ ਮੁੜ ਆਪਣੇ ਘਰ ਤੱਕ ਵਾਪਸ ਆਉਣ ਦੀ। ਜੇਕਰ ਤੁਸੀਂ ਇਸ ਕਹਾਣੀ ਨੂੰ ਇੱਥੋਂ ਤੱਕ ਸੁਣ ਚੁੱਕੇ ਹੋ ਤਾਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਬੇਨਤੀ ਕਰਨੀ ਚਾਹਾਂਗਾ। ਤੁਹਾਡੇ ਲਾਗੇ ਵੀ ਕੋਈ ਇੱਦਾਂ ਮੱਝਾਂ ਦਾ ਵਾੜਾ ਹੈ ਤਾਂ ਉੱਥੇ ਥੋੜ੍ਹਾ ਬਹੁਤਾ ਧਿਆਨ ਰੱਖੋ। ਸੋ ਦੋਸਤੋ, ਇਸ ਕਹਾਣੀ ਨੂੰ ਮੈਂ ਇੱਥੇ ਅੰਤ ਕਰਦਾ ਹਾਂ। ਸੋ ਜੇਕਰ ਤੁਸੀਂ ਇਸ ਚੈਨਲ 'ਤੇ ਨਵੇਂ ਹੋ ਜਾਂ ਹੋਰ ਕਹਾਣੀਆਂ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਨਾਲ ਬੈਲ ਆਈਕਨ ਔਨ ਕਰ ਦਿਓ, ਤਾਂ ਕਿ ਆਉਣ ਵਾਲੀ ਕਿਸੇ ਵੀ ਨਵੀਂ ਕਹਾਣੀ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਸੋ ਆਪਾਂ ਮਿਲਦੇ ਹਾਂ ਕਿਸੇ ਹੋਰ ਕਹਾਣੀ 'ਚ। ਤਦ ਤੱਕ ਲਈ ਰੱਬ ਰਾਖਾ।